Hello everyone, welcome to the nursing series. ਅੱਜ ਅਸੀਂ ਸਟਾਫ ਨਰਸ ਐਗਜ਼ਾਮ ਲਈ ਪ੍ਰੀਵੀਅਸ ਈਅਰ ਪੇਪਰ ਦੇ ਇੰਪੋਰਟੈਂਟ MCQs ਡਿਸਕਸ ਕਰਾਂਗੇ। ਜੇ ਤੁਸੀਂ ਇਸ ਤੋਂ ਪਹਿਲਾਂ ਵਾਲੀ ਵੀਡੀਓ ਨਹੀਂ ਦੇਖੀ ਤਾਂ ਉਹ ਵੀ ਜ਼ਰੂਰ ਚੈੱਕ ਕਰਨਾ, ਤੁਹਾਡੇ ਲਈ ਬਹੁਤ ਹੈਲਪਫੁਲ ਹੋਊਗੀ। ਸੋ ਲੈਟਸ ਸਟਾਰਟ ਵਿਦ ਆਰ ਕੁਐਸਚਨਸ। Our first question here is effective and simple method to break infection chain is. So option ਸਾਡੇ ਕੋਲ ਨੇ use of gloves, use of antibiotics, hand hygiene or all of the above. ਇੱਥੇ ਸਾਡਾ correct answer ਹੈਗਾ ਆ ਜੀ hand hygiene. use of gloves, use of antibiotics ਇਹ ਵੀ ਹੈਲਪ ਕਰਦੇ ਆ, ਬਟ ਸਾਡੇ ਕੋਲ ਕੁਐਸਚਨ 'ਚ ਪੁੱਛਿਆ ਹੋਇਆ ਵਾ effective and simple method ਐਂਡ ਉਹ ਹੈਗਾ ਆ hand hygiene, ਕਿਉਂਕਿ ਮੋਸਟਲੀ ਜਿਹੜੀ ਜਰਮਸ ਹੈਗੀ ਆ ਹੈਂਡਸ ਦੇ ਰਾਹੀਂ ਹੀ ਸਪਰੈਡ ਹੁੰਦੇ ਆ। Next question, bulging fontanelles is a sign of. So when bulging fontanelles ਜਿਹੜੇ ਆ ਇਹ ਕਦੋਂ ਹੁੰਦੇ ਆ? bulging fontanelle, let's see, it appears like this. ਜਿਹੜੇ fontanelle ਹੁੰਦਾ ਆ like anterior and posterior fontanelles ਹੁੰਦੇ ਆ ਬੇਬੀ ਦੇ, ਐਂਡ ਉਹ fontanelle ਜਿਹੜਾ ਵਾ bulge out ਹੋ ਜਾਂਦਾ ਹੈ। ਐਂਡ ਇਹ bulge out ਹੁੰਦਾ ਕਿਉਂ ਆ? ਜਦੋਂ intracranial pressure ਜਿਹੜਾ ਆ increase ਹੋਇਆ ਹੋਵੇ। ਸੋ intracranial pressure increase ਹੋਣ ਦੇ ਆਪਣੇ ਕੋਲ options 'ਚ ਦੇਖਦੇ ਆ ਕੀ reason ਹੋ ਸਕਦਾ ਆ। ਫਸਟ ਆਪਸ਼ਨ ਆਪਣੇ ਕੋਲ ਹੈਗੀ ਆ ਡੀਹਾਈਡਰੇਸ਼ਨ ਦੇ ਵਿੱਚ ਬਲਜਿੰਗ ਫੌਂਟੇਨਲਸ ਨਹੀਂ ਹੁੰਦੇ, ਇਹਦੇ ਵਿੱਚ ਸੰਕਨ ਫੌਂਟੇਨਲਸ ਹੁੰਦੇ ਆ। ਨੈਕਸਟ ਆਪਸ਼ਨ ਹਾਈਪਰਥਾਇਰਾਇਡਿਜ਼ਮ ਐਂਡ ਸੀ ਆਪਸ਼ਨ ਇਜ਼ ਹਾਈਪੋਥਾਇਰਾਇਡਿਜ਼ਮ। ਇਹਨਾਂ ਦੋਨੋਂ ਆਪਸ਼ਨਸ ਵਿੱਚ ਵੀ ਬਲਜਿੰਗ ਫੌਂਟੇਨਲ ਨਹੀਂ ਹੁੰਦੇ। ਹਾਈਪੋਥਾਇਰਾਇਡਿਜ਼ਮ ਵਿੱਚ ਜਿਹੜੇ ਫੌਂਟੇਨਲਸ ਹੈਗੇ ਆ ਵਾਈਡ ਓਪਨ ਹੋ ਸਕਦੇ ਆ, ਬਟ ਦੋਨਾਂ ਦੇ ਵਿੱਚ ਬਲਜਿੰਗ ਨਹੀਂ ਹੋਣਗੇ। ਲਾਸਟ ਆਪਸ਼ਨ ਇਜ਼ ਮੈਨਿਨਜਾਈਟਿਸ ਇਜ਼ ਕਰੈਕਟ ਆਪਸ਼ਨ ਬਿਕੋਜ਼ ਇਹਦੇ ਵਿੱਚ ਇੰਟਰਾਕ੍ਰੇਨੀਅਲ ਪ੍ਰੈਸ਼ਰ ਜਿਹੜਾ ਆ ਇੰਕਰੀਜ਼ ਹੋਇਆ ਹੁੰਦਾ ਵਾ, ਡਿਊ ਟੂ ਵਿਚ ਫੌਂਟੇਨਲਸ ਬਲਜ ਆਊਟ ਕਰ ਜਾਂਦੇ ਆ। ਨੈਕਸਟ Lovset maneuver is done for. So ਇੱਥੇ ਸਾਡਾ correct answer ਹੈਗਾ ਹੈ ਜੀ delivery of arms. Let's see. So ਜਦੋਂ breech delivery ਦੇ time ਤੇ fetus ਦੀ arms ਨੂੰ ਨਿਕਲਣ 'ਚ ਮੁਸ਼ਕਿਲ ਹੋਵੇ ਤਾਂ ਉਸ time Lovset maneuver ਜਿਹੜਾ use ਕਰਕੇ fetus ਦੀ arms ਨੂੰ ਬਾਹਰ ਕੱਢਿਆ ਜਾਂਦਾ ਹੈ। Next question. The failure of oral contraceptive is mostly due to. So let's see our options. First option, defective combination. B option is less oral absorption. C, improper usage. And D option is ineffectiveness. So combination defective ਹੋਣਾ ਜਾਂ oral absorption 'ਚ problem ਹੋਣਾ ਜਾਂ ineffectiveness ਹੋਣਾ ਇਹ ਬਹੁਤ ਹੀ rare ਹੈਗੇ ਆ। most common cause contraceptive fail ਹੋਣ ਦਾ ਹੁੰਦਾ ਆ improper use ਕਰਨਾ। improper use ਦੇ ਵਿੱਚ ਆ ਸਕਦਾ ਆ ਕੋਈ pill miss ਕਰਨਾ ਜਾਂ ਗਲਤ time ਤੇ ਲੈਣਾ ਜਾਂ irregularly use ਕਰਨਾ। ਸੋ ਇਹਦੇ ਕਰਕੇ mostly oral contraceptives ਜਿਹੜੇ ਆ fail ਹੁੰਦੇ ਆ। next question, Koplik spots is seen in. So Koplik spots ਹੁੰਦੇ ਨੇ ਜੀ ਬਲੂਇਸ਼ ਵਾਈਟ ਲੀਜਨਸ ਜੋ ਕਿ ਚੀਕ ਦੇ ਅੰਦਰ ਫਾਰਮ ਹੋ ਜਾਂਦੇ ਆ, ਐਂਡ ਇਹ ਮੀਜ਼ਲਸ ਦਾ ਸਾਈਨ ਹੈਗਾ ਆ। ਲੈਟਸ ਸੀ ਆਰ ਆਪਸ਼ਨਸ। Koplik spot is seen in chickenpox, measles, mumps or variola. ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ Koplik spot ਕਿਹਦਾ ਸਾਈਨ ਹੈਗਾ ਆ? ਮੀਜ਼ਲਸ ਦਾ, ਜਿਹਦੇ ਵਿੱਚ ਚੀਕ ਦੇ ਅੰਦਰ ਬਲੂਇਸ਼ ਵਾਈਟ ਲੀਜਨਸ ਫਾਰਮ ਹੋ ਜਾਂਦੇ ਆ। chickenpox ਦੇ ਵਿੱਚ ਵੈਸਿਕਲਸ ਫਾਰਮ ਹੁੰਦੇ ਆ, Koplik spots ਨਹੀਂ ਹੁੰਦੇ। ਮਮਸ ਦੇ ਵਿੱਚ ਪੈਰੋਟਿਡ ਸਵੈਲਿੰਗ ਹੁੰਦੀ ਆ, ਐਂਡ ਵੈਰੀਓਲਾ ਦੇ ਵਿੱਚ ਜਿਹੜੇ ਆ ਪੁਸਟਿਊਲਸ ਫਾਰਮ ਹੁੰਦੇ ਆ। Next question, when caring for 11 months old infant with dehydration and metabolic acidosis, the nurse expects to see which of the following. When metabolic acidosis means body ਦੇ ਵਿੱਚ acid level ਵੱਧ ਰਿਹਾ ਆ, so body compensate ਕਰਨ ਲਈ ਕੀ ਕਰਦੀ ਆ? ਉਹ ਆਪਣੀ breathing ਨੂੰ fast ਕਰ ਦੂਗੀ। so ਜਦੋਂ ਉਹ breathing ਨੂੰ fast ਕਰਦੀ ਆ ਉਹਨੂੰ ਆਪਾਂ ਬੋਲਦੇ ਆ ਟੈਕੀਪਨੀਆ। ਸਪੈਸ਼ਲੀ ਇਹਦੇ ਵਿੱਚ ਕੋਸਮੋਲ ਟਾਈਪ ਰੈਸਪੀਰੇਸ਼ਨ ਪ੍ਰੈਜ਼ੈਂਟ ਹੁੰਦੀ ਆ, ਸ਼ੈਲੋ ਰੈਸਪੀਰੇਸ਼ਨ ਤਾਂ ਬਿਲਕੁਲ ਹੀ ਨਹੀਂ ਹੁੰਦੀ, ਐਂਡ WBCs ਦਾ ਐਂਡ ਪਲੇਟਲੇਟਸ ਦਾ ਇਹਨਾਂ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈਗਾ। ਸੋ ਕਰੈਕਟ ਆਪਸ਼ਨ ਓਵਰ ਹੇਅਰ ਇਜ਼ ਆਪਸ਼ਨ A. Next, the deficiency of vitamin A cause. So vitamin A ਦੀ deficiency ਦੇ ਨਾਲ eye problems ਹੁੰਦੀਆਂ ਨੇ, like night blindness ਹੋਣਾ, xerophthalmia, Bitot spot. So let's see your options. First option ਦਿੱਤੀ ਹੋਈ ਹੈ ਸਾਡੇ ਕੋਲ beriberi ਜਿਹੜਾ ਹੈਗਾ ਆ vitamin B1 ਦੀ deficiency ਨਾਲ ਹੁੰਦਾ ਆ, so this is wrong option. Second option is Bitot spot ਜਦੋਂ ਮੈਂ ਤੁਹਾਨੂੰ ਦੱਸਿਆ vitamin A ਦੇ ਨਾਲ ਕੀ ਹੁੰਦਾ ਵਾ? eye problems ਹੁੰਦੀਆਂ। Bitot spot eye problem ਹੀ ਹੈਗੀ ਆ ਜਿਹਦੇ ਵਿੱਚ ਆਈ ਤੇ ਕੰਜਕਟਾਈਵਾ ਤੇ ਕੈਰੇਟਿਨ ਐਕਿਊਮੂਲੇਸ਼ਨ ਹੋਣ ਲੱਗ ਪੈਂਦੀ ਆ। ਸੋ ਦਿਸ ਇਜ਼ ਆਰ ਕਰੈਕਟ ਆਪਸ਼ਨ ਓਵਰ ਹੇਅਰ, Bitot spot. ਐਂਡ ਨੈਕਸਟ ਆਪਸ਼ਨ ਦਿੱਤੀ ਹੋਈ ਸੀਗੀ ਸਕਰਵੀ ਹੁੰਦੀ ਆ ਡਿਊ ਟੂ ਡੈਫੀਸ਼ੀਐਂਸੀ ਆਫ ਵਿਟਾਮਿਨ C। ਦੈਨ ਰੈਟਰੋਲੈਂਟਲ ਫਾਈਬਰੋਪਲੇਸੀਆ ਇਹ ਹੁੰਦੀ ਆ ਡਿਊ ਟੂ ਆਕਸੀਜਨ ਟੌਕਸਿਸਿਟੀ, ਜਦੋਂ ਆਕਸੀਜਨ ਦਾ ਲੈਵਲ ਬਹੁਤ ਹੀ ਜ਼ਿਆਦਾ ਹਾਈ ਹੋ ਜੇ।
Next question we have pernicious anemia is caused by deficiency of. So ਜਿਹੜਾ pernicious anemia ਹੈਗਾ ਹੈ ਜੀ ਇਹ ਹੁੰਦਾ ਹੈ due to deficiency of vitamin B12. So option C is the correct option here. Pernicious anemia ਹੁੰਦਾ ਹੈ ਜਦੋਂ ਇੰਟ੍ਰਿੰਸਿਕ ਫੈਕਟਰ ਦੀ ਡੈਫੀਸ਼ੀਐਂਸੀ ਹੋ ਜੇ ਐਂਡ ਉਹਦੇ ਕਰਕੇ ਵਿਟਾਮਿਨ B12 ਐਬਜ਼ੌਰਬ ਨਹੀਂ ਹੁੰਦਾ। ਆਇਰਨ ਦੀ ਡੈਫੀਸ਼ੀਐਂਸੀ ਦੇ ਨਾਲ ਜਿਹੜਾ ਆ ਮਾਈਕਰੋਸਿਟਿਕ ਅਨੀਮੀਆ ਹੁੰਦਾ ਆ। ਸੋ ਆਪਸ਼ਨ ਬੀ ਵੀ ਰੋਂਗ ਹੈਗੀ ਆ। ਫਰਸਟ ਆਪਸ਼ਨ ਸੀਗੀ ਥਾਇਆਮਿਨ ਦੇ ਨਾਲ ਮੈਗੈਲੋਬਲਾਸਟਿਕ ਅਨੀਮੀਆ ਹੁੰਦਾ ਆ। ਸੋ ਦਿਸ ਇਜ਼ ਰਿਲੇਟਿਵਲੀ ਅਨਕਾਮਨ ਓਵਰ ਹੇਅਰ ਐਂਡ ਜਿਹੜਾ ਫੋਲਿਕ ਐਸਿਡ ਹੈਗਾ ਆ ਉਹਦੀ ਡੈਫੀਸ਼ੀਐਂਸੀ ਦੇ ਨਾਲ ਵੀ ਮੈਗੈਲੋਬਲਾਸਟਿਕ ਅਨੀਮੀਆ ਹੀ ਹੁੰਦਾ ਆ। ਪਰਨੀਸ਼ੀਅਸ ਅਨੀਮੀਆ ਹੁੰਦਾ ਆ ਡਿਊ ਟੂ ਵਿਟਾਮਿਨ B12 deficiency. Next we have this calculation based question. The physician ordered an IV solution of dextrose 15% in water at 100 ml per hour. What would be the flow rate if drop factor is 15 drops? So 15 drops is equal to 1 ml they have given. So flow rate ਆਪਾਂ ਕੈਲਕੂਲੇਟ ਕਰਨਾ ਆ ਇਹਦੇ ਵਿੱਚ। ਹੁਣ flow rate ਨੂੰ ਕੈਲਕੂਲੇਟ ਕਰਨ ਲਈ ਸਾਡੇ ਕੋਲ ਫਾਰਮੂਲਾ ਹੁੰਦਾ ਆ ਵੋਲਿਊਮ in ml per hour, ਉਹਨੂੰ ਮਲਟੀਪਲਾਈ ਕਰਨਾ ਆ ਡ੍ਰੌਪ ਫੈਕਟਰ ਦੇ ਨਾਲ ਐਂਡ ਦੈਨ ਡਿਵਾਈਡ ਬਾਈ 60 ਬਿਕੋਜ਼ 60 ਮਿੰਟਸ ਹੁੰਦੇ ਨੇ 1 ਆਰ ਦੇ ਵਿੱਚ। ਸੋ ਇਨ ਕੁਐਸਚਨ ਸਾਡੇ ਕੋਲ ਵੋਲਿਊਮ ਵੀ ਦਿੱਤੀ ਹੋਈ ਹੈ ਸਾਡੇ ਕੋਲ ਦੈਟ ਇਜ਼ 100 ml per hour, ਡ੍ਰੌਪ ਫੈਕਟਰ ਸਾਨੂੰ ਦਿੱਤਾ ਹੋਇਆ ਆ 15 drops per ml ਦਿੱਤਾ ਹੋਇਆ ਆ, ਟਾਈਮ ਸਾਡੇ ਕੋਲ ਦਿੱਤਾ ਹੋਇਆ ਆ 1 hour। ਸੋ 1 hour ਆਪਣੇ ਕੋਲ ਆ 60 ਮਿੰਟਸ। ਸੋ ਜਦੋਂ ਇਹਨੂੰ ਆਪਾਂ ਫਾਰਮੂਲਾ ਚ ਪੁੱਟ ਕਰਾਂਗੇ 100 ਵੋਲਿਊਮ ਆ ਡ੍ਰੌਪ ਫੈਕਟਰ 15 ਆ ਡਿਵਾਈਡ ਕਰਨਾ 60 ਦੇ ਨਾਲ। ਸੋ ਸਾਡੇ ਕੋਲ ਉਹਦੇ ਨਾਲ ਆਨਸਰ ਆ ਜਾਊਗਾ 25 drops per minute। ਸੋ ਆਪਸ਼ਨ ਸੀ। Next question, the two blood vessels most commonly used for TPN are. So TPN ਹੁੰਦੀ ਆ total parenteral nutrition and ਇਹ ਸਿਰਫ central vein ਦੇ ਵਿੱਚ ਹੀ ਦਿੱਤੀ ਜਾਂਦੀ ਹੈ ਕਿਉਂਕਿ ਇਹ highly concentrated ਹੁੰਦੀ ਹੈ and peripheral veins ਇਹਨੂੰ tolerate ਨਹੀਂ ਕਰ ਪਾਉਂਦੀਆਂ। So mostly ਕਿਹੜੀਆਂ ਵੇਨਸ ਦੇ ਵਿੱਚ ਦਿੱਤਾ ਜਾਊਗਾ ਜਿੱਥੇ ਸੈਂਟਰਲ ਵੀਨਸ ਕੈਥੇਟਰ ਜਿਹੜਾ ਵਾ ਇਨਸਰਟ ਕੀਤਾ ਜਾਂਦਾ ਆ। ਲੈਟਸ ਸੀ। ਸੋ ਸੈਂਟਰਲ ਵੀਨਸ ਕੈਥੇਟਰ ਇਨਸਰਟ ਕਰਨ ਲਈ ਸਾਡੇ ਕੋਲ ਜਿਹੜੀਆਂ ਮੇਨ ਵੇਨਸ ਹੁੰਦੀਆਂ ਆ ਉਹ ਹੁੰਦੀ ਆ ਆਪਣੇ ਕੋਲ ਇੰਟਰਨਲ ਜੁਗਲਰ ਵੇਨ ਐਂਡ ਦੂਜੀ ਹੁੰਦੀ ਆ ਆਪਣੇ ਕੋਲ ਸਬਕਲੇਵੀਅਨ ਵੇਨ। ਸੋ ਇਹਨਾਂ ਦੋਨਾਂ ਵੇਨਸ ਦੇ ਵਿੱਚ ਸੈਂਟਰਲ ਵੀਨਸ ਕੈਥੇਟਰ ਇਨਸਰਟ ਕੀਤਾ ਜਾ ਸਕਦਾ ਹੈ। ਸੋ ਇਟ ਮੀਨਸ ਇਹਨਾਂ ਦੇ ਥਰੂ ਹੀ TPN ਜਿਹੜੀ ਆ ਦਿੱਤੀ ਜਾ ਸਕਦੀ ਆ। ਲੈਟਸ ਸੀ ਆਰ ਆਪਸ਼ਨਸ। ਸੋ ਇੱਥੇ ਸਾਡੇ ਕੋਲ ਕਰੈਕਟ ਆਪਸ਼ਨ ਹੈਗੀ ਹੈ ਜੀ ਆਪਸ਼ਨ A ਸਬਕਲੇਵੀਅਨ ਐਂਡ ਜੁਗਲਰ ਵੇਨਸ। ਨੈਕਸਟ ਕੁਐਸਚਨ, ਦ ਐਂਟੀਡੋਟ ਫॉर ਹੈਪਰਿਨ ਇਜ਼। ਹੈਪਰਿਨ ਦਾ ਐਂਟੀਡੋਟ ਹੁੰਦਾ ਆ ਪ੍ਰੋਟਾਮਾਈਨ ਸਲਫੇਟ। ਫਸਟ ਜਿਹੜਾ ਆਪਣੇ ਕੋਲ ਕੈਲਸ਼ੀਅਮ ਗਲੂਕੋਨੇਟ ਦਿੱਤਾ ਹੋਇਆ ਆ ਇਹ ਹੁੰਦਾ ਆ ਐਂਟੀਡੋਟ ਮੈਗਨੀਸ਼ੀਅਮ ਸਲਫੇਟ ਦਾ ਐਂਡ ਜਿਹੜਾ ਹੈਗਾ ਆ ਸੋਡਾ ਬਾਈਕਾਰਬੋਨੇਟ। ਸੋ ਇਹ ਮੈਟਾਬੋਲਿਕ ਐਸਿਡੋਸਿਸ ਦੇ ਵਿੱਚ ਦਿੱਤਾ ਜਾਂਦਾ ਆ। ਇਹ ਵੀ ਆਪਸ਼ਨ ਹੋ ਗਈ ਰੋਂਗ ਐਂਡ ਜਿਹੜਾ ਚਾਰਕੋਲ ਹੈਗਾ ਆ ਇਹ ਪੋਇਜ਼ਨ ਦਾ ਐਂਟੀਡੋਟ ਹੈਗਾ ਆ। Next question, a 40 years old male shifted to recovery room from OT with subtotal thyroidectomy. Which nursing assessment is significant for the patient? So ਹੁਣ ਜਿਹੜੀ subtotal thyroidectomy ਹੋਈ ਆ ਉਹਦੇ ਵਿੱਚ most significant nursing assessment ਕਿਹੜੀ ਹੋਊਗੀ? ਜਦੋਂ ਵੀ ਪੇਸ਼ੈਂਟ ਦੀ ਥਾਇਰੋਇਡੈਕਟਮੀ ਹੋਈ ਆ ਚਾਹੇ ਉਹ ਟੋਟਲ ਆ ਚਾਹੇ ਸਬ ਟੋਟਲ ਹੈਗੀ ਆ ਉੱਥੇ ਸਭ ਤੋਂ ਜ਼ਿਆਦਾ ਰਿਸਕ ਹੁੰਦਾ ਆ ਰੈਸਪੀਰੇਟਰੀ ਡਿਸਟ੍ਰੈਸ ਹੁੰਦਾ। ਸੋ ਇੱਥੇ ਸਾਡੇ ਕੋਲ ਕਰੈਕਟ ਆਪਸ਼ਨ ਹੈਗੀ ਆ ਆਪਸ਼ਨ D ਰੈਸਪੀਰੇਟਰੀ ਡਿਸਟ੍ਰੈਸ ਕਿਉਂਕਿ ਥਾਇਰਾਇਡ ਸਰਜਰੀ ਤੋਂ ਬਾਅਦ 에ਅਰਵੇ ਆਬਸਟ੍ਰਕਸ਼ਨ ਹੋਣ ਦਾ ਬਹੁਤ ਜ਼ਿਆਦਾ ਰਿਸਕ ਹੁੰਦਾ ਹੈ ਜਿਹਦਾ ਰੀਜ਼ਨ ਹੁੰਦਾ ਹੈ ਲੈਰੈਂਜੀਅਲ ਐਡੀਮਾ ਹੋਣ ਕਰਕੇ ਜਾਂ ਬਲੀਡਿੰਗ ਹੋਣ ਕਰਕੇ ਔਰ ਟ੍ਰੇਕੀਅਲ ਕੰਪਰੈਸ਼ਨ ਹੋਣ ਕਰਕੇ ਜਿਹੜੀ 에ਅਰਵੇ ਆਬਸਟ੍ਰਕਸ਼ਨ ਹੋ ਸਕਦੀ ਆ ਜਿਹਦੇ ਕਰਕੇ ਪੇਸ਼ੈਂਟ ਰੈਸਪੀਰੇਟਰੀ ਡਿਸਟ੍ਰੈਸ 'ਚ ਜਾ ਸਕਦਾ ਹੈ। Option A, B, C, pain, neuro and fluid volume status. ਇਹ ਵੀ important ਹੁੰਦੇ ਨੇ after surgery but ਇਹਨਾਂ ਵਿੱਚੋਂ life threatening respiratory distress ਹੁੰਦਾ ਆ। ਸੋ ਇਹ ਵਾਲੀਆਂ options ਆਪਣੇ ਕੋਲ wrong ਹੋ ਗਈਆਂ। Always priority ਹਮੇਸ਼ਾ airway ਹੀ ਲਊਗਾ। Next question, in head injury mannitol is given to prevent. So head injury ਹੋਈ ਆ and mannitol ਕਾਦੇ ਲਈ ਦਿੱਤਾ ਜਾਂਦਾ ਆ? mannitol ਜਿਹੜਾ ਆ osmotic diuretic ਹੈਗਾ ਆ। ਇਹ ਵਾਟਰ ਨੂੰ ਬ੍ਰੇਨ ਟਿਸ਼ੂ ਤੋਂ ਖਿੱਚ ਕੇ ਬਲੱਡ ਦੇ ਵਿੱਚ ਲੈ ਕੇ ਆਉਂਦਾ ਆ ਜਿਹਦੇ ਨਾਲ ਇੰਟਰਾਕ੍ਰੇਨੀਅਲ ਪ੍ਰੈਸ਼ਰ ਡਿਕਰੀਜ਼ ਹੋ ਜਾਂਦਾ ਆ। ਸੋ ਹੈਡ ਇੰਜਰੀ ਦੇ ਵਿੱਚ ICP ਇੰਕਰੀਜ਼ ਹੋਇਆ ਹੁੰਦਾ ਵਾ ਉਹਨੂੰ ਡਿਕਰੀਜ਼ ਕਰਨ ਲਈ ਮੈਨੀਟੋਲ ਦਿੱਤਾ ਜਾਂਦਾ ਆ। ਸੋ ਕਰੈਕਟ ਆਪਸ਼ਨ ਇਜ਼ C ਡਿਕਰੀਜ਼ ICP। ਬਾਕੀ ਆਪਸ਼ਨਸ ਵੀ ਦੇਖਦੇ ਹਾਂ। ਫਰਸਟ ਆਪਸ਼ਨ ਪ੍ਰੀਵੈਂਟ ਸੀਜ਼ਰਸ ਨੂੰ ਪ੍ਰੀਵੈਂਟ ਕਰਨ ਲਈ ਐਂਟੀ ਐਪੀਲੈਪਟਿਕ ਡਰੱਗਸ ਯੂਜ਼ ਹੁੰਦੇ ਆ। ਸੋ ਦਿਸ ਇਜ਼ ਰੋਂਗ। ਟ੍ਰੀਟ ਹੈਡੇਕ ਲਈ ਐਨਾਲਜੈਸਿਕ ਯੂਜ਼ ਹੋਊਗਾ ਐਂਡ ਮੇਨਟੇਨ ਬੋਡੀ ਟੈਂਪਰੇਚਰ
ਟੈਂਪਰੇਚਰ ਲਈ ਐਂਟੀਪਾਇਰੇਟਿਕ ਡਰੱਗਸ ਯੂਜ਼ ਹੁੰਦੇ ਆ, ਮੈਨੀਟੋਲ ਯੂਜ਼ ਨਹੀਂ ਹੁੰਦਾ। ਨੈਕਸਟ ਕੁਐਸਚਨ, ਦ ਡਰੱਗ ਡਿਲੈਂਟਿਨ ਇਜ਼ ਗਿਵਨ ਇਨ ਕੇਸ ਆਫ। ਸੋ ਡਿਲੈਂਟਿਨ ਦਾ ਜੈਨਰਿਕ ਨੇਮ ਹੁੰਦਾ ਆ ਫੈਨੀਟੋਇਨ। ਇਹ CNS ਡਿਪਰੈਸੈਂਟ ਆ ਜੋ ਕਿ ਸੀਜ਼ਰਸ ਨੂੰ ਕੰਟਰੋਲ ਕਰਨ ਲਈ ਯੂਜ਼ ਹੁੰਦਾ ਆ। ਇਟ ਮੀਨਸ ਇਹ ਐਂਟੀ ਐਪੀਲੈਪਟਿਕ ਡਰੱਗਸ ਹੈਗਾ। ਸੋ ਕਰੈਕਟ ਆਂਸਰ ਓਵਰ ਹੇਅਰ ਇਜ਼ ਸੀਜ਼ਰਸ। ਫਸਟ ਆਪਸ਼ਨ ਦਿੱਤੀ ਸੀਗੀ A ਹਾਈਪਰਟੈਂਸ਼ਨ ਲਈ ਐਂਟੀ ਹਾਈਪਰਟੈਂਸਿਵਸ ਯੂਜ਼ ਹੁੰਦੇ ਆ। ਇੰਕਰੀਜ਼ਡ ICP ਲਈ ਆਪਾਂ ਉੱਪਰ ਪੜਿਆ ਹੁਣੇ ਮੈਨੀਟੋਲ ਯੂਜ਼ ਹੁੰਦਾ ਆ। ਸੋ ਦਿਸ ਇਜ਼ ਆਲਸੋ ਰੋਂਗ। ਐਂਡ ਐਪੀਸਟੈਕਸਿਸ ਹੁੰਦੀ ਆ ਨੋਜ਼ ਬਲੀਡ, ਇਹਦੇ ਲਈ ਲੋਕਲ ਟ੍ਰੀਟਮੈਂਟ ਪ੍ਰੈਫਰ ਕੀਤੇ ਜਾਂਦਾ ਆ। Next question, in which stage of decubitus ulcer subcutaneous tissue are damaged? So subcutaneous tissue ਤੱਕ damaged ਕਦੋਂ ਪਹੁੰਚਦਾ ਹੈਗਾ ਆ? Let's see one by one. So first ਆਪਸ਼ਨ ਆਪਣੇ ਕੋਲ ਦਿੱਤੀ ਹੋਈ ਹੈ stage 1। ਜਿਹੜੀ stage 1 ਆ ਇਹਦੇ ਵਿੱਚ ਹਜੇ ਸਿਰਫ ਉੱਪਰ ਰੈਡਨੈਸ ਹੀ ਹੁੰਦੀ ਆ, ਸਕਿਨ ਬਿਲਕੁਲ ਇੰਟੈਕਟ ਹੁੰਦੀ ਆ। So this is wrong. stage 2 ਦੇ ਵਿੱਚ ਥੋੜਾ ਬਲਿਸਟਰ ਫਾਰਮ ਹੋਣਾ ਸ਼ੁਰੂ ਹੁੰਦਾ ਆ ਐਂਡ ਪਾਰਸ਼ੀਅਲ ਸਕਿਨ ਲਾਸ ਹੋਣਾ ਸ਼ੁਰੂ ਹੁੰਦਾ ਆ। So this is also wrong, ਹਜੇ ਇੱਥੇ subcutaneous tissue ਤੱਕ ਨਹੀਂ ਪਹੁੰਚਿਆ। Then is stage 3. stage 3 ਵਿੱਚ ਸਾਰੀ skin ਉੱਪਰੋਂ loss ਹੋ ਜਾਂਦੀ ਹੈ, full thickness skin loss ਹੁੰਦਾ ਆ, ਨਾਲ subcutaneous fat damage ਹੁੰਦਾ ਆ। So option C is correct over here। and ਜਿਹੜੀ stage 4 ਹੁੰਦੀ ਆ ਇਹਦੇ ਵਿੱਚ ਸਾਰਾ ਹੀ damage ਹੋ ਚੁੱਕਾ ਹੁੰਦਾ ਆ, muscle and bone ਜਿਹੜੇ ਆ ਉਹ ਵੀ expose ਹੋ ਚੁੱਕੇ ਹੁੰਦੇ ਆ। So this is also wrong। Next, during hospital waste management, waste human body parts are discarded in. So, ਜਿਹੜਾ ਵੀ anatomical waste ਹੋਵੇ, ਮਤਲਬ human body parts ਤੋਂ related waste ਹੁੰਦਾ ਆ, ਉਹਨੂੰ discard ਕੀਤਾ ਜਾਂਦਾ ਹੈ ਜੀ yellow bag ਦੇ ਵਿੱਚ। So, option A is correct over here। ABO incompatibility usually occurs when mother's blood group is। So ਹੁਣ ABO incompatibility ਕਦੋਂ ਹੋਗੀ? ਜਦੋਂ ਮਦਰ ਦਾ ਬਲੱਡ ਗਰੁੱਪ ਡਿਫਰੈਂਟ ਆ, ਬੇਬੀ ਦਾ ਬਲੱਡ ਗਰੁੱਪ ਡਿਫਰੈਂਟ ਆ। ਬਟ ਉਹ ਕਿਹੜੇ ਕੇਸ ਦੇ ਵਿੱਚ? ਐਂਡ ਉਹ ਮੋਸਟਲੀ ਉਦੋਂ ਹੁੰਦਾ ਆ ਜਦੋਂ ਮਦਰ ਦਾ ਬਲੱਡ ਗਰੁੱਪ O ਹੋਵੇ। ਹੁਣ ਮਦਰ ਦਾ ਬਲੱਡ ਗਰੁੱਪ O ਆ ਐਂਡ ਬੇਬੀ ਦਾ ਜੇ ਬਲੱਡ ਗਰੁੱਪ A, B ਜਾਂ ਫਿਰ AB ਆ, ਠੀਕ ਹੈ, ਉਦੋਂ ABO incompatibility ਹੋਗੀ। ਮਦਰ ਦੇ ਬਲੱਡ ਵਿੱਚ ਉਹ ਬਲੱਡ ਗਰੁੱਪ ਹੋਣ ਕਰਕੇ ਉਹਦੇ ਕੋਲ ਐਂਟੀ A ਤੇ ਐਂਟੀ B ਐਂਟੀਬੋਡੀਜ਼ ਹੁੰਦੀਆਂ ਨੇ, ਜੋ ਕਿ ਫੀਟਸ ਦੇ ਜਿਹੜੇ A, B ਜਾਂ AB ਬਲੱਡ ਗਰੁੱਪ ਵਾਲਾ ਫੀਟਸ ਹੋਊਗਾ ਤੇ ਉਹ ਐਂਟੀਬੋਡੀਜ਼ ਇਹਨਾਂ ਦੇ ਅਗੇਂਸਟ ਜਾ ਕੇ ਐਕਟ ਕਰਨਗੀਆਂ, ਉਹਨਾਂ ਤੇ ਅਟੈਕ ਕਰਨਾ ਸਟਾਰਟ ਕਰਨਗੀਆਂ, ਜਿਹਦੇ ਕਰਕੇ ਫੀਟਸ ਦੇ RBCs ਡਿਸਟਰੋਏ ਹੋਣਗੇ, ਵਿਚ ਇਜ਼ ਨੋਨ ਐਜ਼ hemolytic disease of newborn। Next question, characteristic finding of schizoid personality is। So a personality disorder ਹੈਗਾ ਆ and let's see ਇਸ ਜਿਹੜਾ schizoid personality disorder ਹੁੰਦਾ ਆ, ਇਹ ਵਾਲੇ ਲੋਕ ਬਹੁਤ introvert ਹੁੰਦੇ ਆ, socially withdrawn ਹੁੰਦੇ ਆ and emotionally ਬਿਲਕੁਲ cold ਹੁੰਦੇ ਆ, ਇਹਨਾਂ ਨੂੰ ਕਿਸੇ ਤੋਂ ਕੋਈ ਫਰਕ ਨਹੀਂ ਪੈਂਦਾ। So let's see our options। Option A emotional coldness, ਬਿਲਕੁਲ ਇਹ schizoid personality ਦੇ ਵਿੱਚ ਹੁੰਦਾ ਆ। Option B check details of all things, ਇਹ ਹੁੰਦਾ ਆ ਜੀ obsessive compulsive personality disorder ਦਾ sign। Then option C conversion disorder ਇੱਕ somatoform disorder ਹੈਗਾ ਆ, ਜਿਹਦੇ ਵਿੱਚ ਜਿਹੜੀ mental stress ਹੈਗੀ ਆ ਉਹਦੇ ਕਰਕੇ ਕੁਝ ਫਿਜ਼ੀਕਲ ਸਾਈਨਸ ਆਉਣ ਲੱਗ ਪੈਂਦੇ ਨੇ, ਸਪੈਸ਼ਲੀ ਨਿਊਰੋ ਰਿਲੇਟਡ ਸਾਈਨਸ ਆਉਂਦੇ ਆ। ਐਂਡ ਆਪਸ਼ਨ D not concerned with disease, ਜਦੋਂ ਪਰਸਨ ਨੂੰ ਆਪਣੀ ਕੰਡੀਸ਼ਨ ਬਾਰੇ, ਆਪਣੀ ਡਿਸੀਜ਼ ਬਾਰੇ ਕੁਝ ਸਮਝ ਨਹੀਂ ਹੁੰਦੀ ਐਂਡ ਉਹਨੂੰ ਆਪਾਂ ਲੈਕ ਆਫ ਇਨਸਾਈਟ ਵੀ ਬੋਲ ਦਿੰਦੇ ਆ ਐਂਡ ਇਹ ਮੋਸਟਲੀ ਹੁੰਦਾ ਹੈ ਸੀਜ਼ੋਫਰੇਨੀਆ ਵਾਲੇ ਪੇਸ਼ੈਂਟਸ ਦੇ ਵਿੱਚ। ਸੋ ਦਿਸ ਇਜ਼ ਆਲਸੋ ਰੋਂਗ। filling gaps in memory with imaginary events is। So it means ਜਦੋਂ ਮੈਮਰੀ ਦੇ ਵਿੱਚ ਕੋਈ ਗੈਪਸ ਨੂੰ ਇਮੇਜਿਨਰੀ ਸਟੋਰੀਜ਼ ਬਣਾ ਕੇ ਫਿਲ ਕਰਦਾ ਹੈ ਕੋਈ ਪਰਸਨ, ਉਹਨੂੰ ਬੋਲਦੇ ਹੈਗੇ ਆ ਕਨਫੈਬੂਲੇਸ਼ਨ। ਸੋ ਆਪਸ਼ਨ B is correct over here। ਫਰਸਟ ਜਿਹੜਾ ਹੁੰਦਾ ਹੈ ਐਮਨੀਸ਼ੀਆ ਦਾ ਮਤਲਬ ਹੁੰਦਾ ਹੈ ਮੈਮਰੀ ਲਾਸ ਹੋਣੀ। ਐਨਹੇਡੋਨੀਆ ਦਾ ਮਤਲਬ ਹੁੰਦਾ ਹੈ ਇਨਐਬਿਲਿਟੀ ਟੂ ਫੀਲ ਪਲੇਜ਼ਰ, ਜੋ ਮਰਜੀ ਹੋ ਜੇ ਪਰਸਨ ਨੂੰ ਕਿਸੇ ਚੀਜ਼ ਤੋਂ ਖੁਸ਼ੀ ਨਹੀਂ ਮਿਲਦੀ, ਜਿਹੜੀਆਂ ਚੀਜ਼ਾਂ ਤੋਂ ਉਹਨੂੰ ਪਹਿਲਾਂ ਖੁਸ਼ੀ ਮਿਲਦੀ ਹੁੰਦੀ ਆ ਉਹ ਚੀਜ਼ਾਂ ਤੋਂ ਵੀ ਉਹਨੂੰ ਖੁਸ਼ੀ ਨਹੀਂ ਮਿਲਦੀ, ਦੈਟ ਇਜ਼ ਐਨਹੇਡੋਨੀਆ। ਐਂਬੀਵੈਲੈਂਸ ਮੀਨਸ ਸੇਮ ਟਾਈਮ ਤੇ ਆਪੋਜ਼ਿਟ ਫੀਲਿੰਗਸ ਆਉਣਾ। So this is also wrong here। Filling gaps in memory with imaginary events is known as confabulation। Next question, nurse counts an adult's apical heartbeat at 110 beats per minute। Nurse describes this as। So ਸਾਡਾ ਜਿਹੜਾ apical heartbeat ਦਿੱਤੀ ਹੋਈ ਹੈ 110 beats per minute। heartbeat ਦੀ ਗੱਲ ਕਰੀਏ ਜਾਂ adult heart rate ਦੀ ਗੱਲ ਕਰੀਏ ਤਾਂ normal heart rate ਹੁੰਦਾ ਹੈ ਜੀ 60 to 100
beats per minute. So ਜੇ more than 100 ਜਾਂਦਾ ਹੈ, ਇੱਥੇ ਆਪਣੇ ਕੋਲ 110 ਦਿੱਤਾ ਹੋਇਆ, more than 100 means tachycardia. So option C is the correct option over here. ਬਾਕੀ options check ਕਰਦੇ ਹਾਂ. First option A is asystole. Asystole ਦਾ ਮਤਲਬ ਹੁੰਦਾ ਹੈ no heartbeat at all, ਬਿਲਕੁਲ straight line ਆ ਜਾਣਾ ECG ਤੇ, so this is wrong. Bijaemi means irregular rhythm, ਇਹਦੇ ਚ 2 beats ਦਾ pattern ਹੁੰਦਾ ਆ, so this is also wrong. And option D bradycardia, bradycardia ਦਾ ਮਤਲਬ ਹੁੰਦਾ ਆ heart rate decrease ਹੋਣਾ, but question ਚ ਤਾਂ increase ਹੋ ਰਿਹਾ, so this